रूप ने पलकू उड़ के वेख्या। ਉਹ ਹਲਕੀ ਜਿਹੀ ਕਮਜ਼ੋਰੀ ਮਹਿਸੂਸ ਕਰ ਗਈ। ਉਹ ਚਾਹੁੰਦੀ ਸੀ ਜੇਬੂ ਪਿਛਾਂਹ ਪਰਤ ਜਾਵੇ ਤੇ ਕਿਸੇ ਨੂੰ ਪਤਾ ਨਾ ਲੱਗੇ। ਜੇਬੂ ਉਸ ਦੀ ਕਮਜ਼ੋਰ ਭਾਵਨਾ ਤਾੜ ਗਿਆ। ਉਹ ਨੇੜੇ ਹੁੰਦਿਆਂ ਜਾਣ ਕੇ ਗੱਲ ਆਖੀ, ਲੈ 2 ਗੱਲਾਂ ਐ ਸੁਣੀਏ, ਜਾਂ 300 ਮੋੜ ਦੇ, ਨਹੀਂ ਸਿੱਧੀ ਹੋ ਕੇ ਹੱਥ ਮਿਲਾ, ਹੋਰ ਮੰਗ ਲੈ, ਨੀਤ ਨਹੀਂ ਕੰਗਾਲਾਂ ਵਾਲੀ ਰੱਖਣੀ। ਮਾਸਟਰ ਸ਼ਿਵਦੱਤ ਸਾਈਕਲ ਦੀ ਘੰਟੀ ਵਜਾਉਂਦਾ ਕੋਲ ਦੀ ਲੰਘ ਗਿਆ। रूप उसनूं आवाज़ मारदी मारदी रह गई। जैबू ने रूप की नीयत ताड़ के चाल हौली कर लई अते विथ पा के पिछां ही मुड़ गया। रूप नूं अज मास्टर दे पहलां आ जाण दा दुख महसूस होया। उस जैबू नूं गल्लां करदिआं सुणिया नहीं सी, तद वेख जरूर लिया सी। रूप ये भी ताड़ गई कि मास्टर जैबू बारे पुछेगा। मास्टर ने सचमुच ही टीर नाल भैंगापण भी इख्तियार कर लिया। बीबी ਉਹ ਬੰਦਾ ਕੌਣ ਸੀ ਜਿਹੜਾ ਛੱਡ ਕੇ ਗਿਆ ਏ? ਸ਼ਿਵਦੱਤ ਪੁੱਛਦਾ ਹੋਇਆ ਡਰ ਵੀ ਰਿਹਾ ਸੀ। ਰੂਪ ਸੋਚ ਚੁੱਕੀ ਸੀ ਜੇ ਮਾਸਟਰ ਨੇ ਪੁੱਛ ਲਿਆ ਸੱਚ ਸੱਚ ਕਹਿ ਦੇਣਾ ਹੈ। ਉਹ ਇੱਕ ਬਦਮਾਸ਼ ਸੀ ਜਿਹੜਾ ਮੇਰਾ ਪਿੱਛਾ ਕਰਦਾ ਆਇਆ ਸੀ। ਉਹ ਗੱਲ ਕਹਿ ਕੇ ਹੌਲੀ ਹੋ ਗਈ। ਮਨ ਦੀਆਂ ਪੀੜਾਂ ਵਰਗਾ ਥਕੇਵਾਂ ਕੋਈ ਨਹੀਂ ਜਿਹੜਾ ਰੂਹ ਨੂੰ ਬਿਮਾਰ ਪਾ ਦਿੰਦਾ ਹੈ। ਸੁਣਦਿਆਂ ਸਾਰ ਮਾਸਟਰ ਦਾ ਟੀਰ ਤਰੱਕੀ ਕਰ ਗਿਆ। ਉਸਦੇ ਦਿਮਾਗ 'ਚ ਨਹੀਂ ਸੀ ਰੂਪ ਇੰਨਾ ਸਪਸ਼ਟ ਉੱਤਰ ਦੇਵੇਗੀ। ਤੂੰ ਉਦੋਂ ਨਾ ਦੱਸਿਆ? ਸ਼ਿਵਦੱਤ ਨੇ ਫੌਰੀ ਬਹਾਦਰੀ ਦਾ ਰੂਪ ਧਾਰ ਲਿਆ। ਮੈਂ ਐਵੇਂ ਹੀ ਚੁੱਪ ਕਰ ਗਈ। ਉਸ ਦੇ ਚੁੱਪ ਕਰ ਜਾਣ ਤੋਂ ਸ਼ਿਵਦੱਤ ਨੂੰ ਨਵੀਂ ਸ਼ੱਕ ਪੈਦਾ ਹੋ ਗਈ। ਉਸ ਰੂਪ ਨੂੰ ਟੀਰੀ ਤੇ ਕਾਟਵੀ ਨਜ਼ਰ ਨਾਲ ਦੇਖਿਆ। ਕੁੜੀ ਇੱਕਦਮ ਪੜ ਗਈ। ਮਾਸਟਰ ਮੇਰੇ 'ਚ ਮੈਲੀ ਅੰਸ਼ ਟੋਹ ਰਿਹਾ ਹੈ। ਕੁੜੀ ਸਹਿਮਾਂ ਤੇ ਧੜਕਣਾਂ ਤੋਂ ਕਿਤੇ ਉੱਚੀ ਹੋ ਚੁੱਕੀ ਸੀ। ਅਧਖੜ ਸ਼ਿਵਦੱਤ ਦੀਆਂ ਪੁਰਾਣੀਆਂ ਨਜ਼ਰਾਂ ਨੌਜਵਾਨ ਕੁੜੀ ਨੂੰ ਸਮਝਣ ਵਿੱਚ ਧੋਖਾ ਖਾ ਗਈਆਂ। ਇਸ ਵੇਲੇ ਮਾਸਟਰ ਦੇ ਮਨ ਵਿੱਚ ਸੀ ਕੁੜੀ ਡਾਲ ਤੇ ਖਿੜਿਆ ਫੁੱਲ ਹੈ ਜਿਸ ਨੂੰ ਹਰ ਕੋਈ ਹੱਥ ਵਧਾ ਕੇ ਤੋੜ ਸਕਦਾ ਹੈ, ਪਰ ਉਸ ਨੂੰ ਗੁਲਾਬ ਦੇ ਮੁੜਵੇਂ ਕੰਡਿਆਂ ਦਾ ਖਿਆਲ ਤੱਕ ਨਹੀਂ ਆਇਆ ਸੀ। ਮਾਸਟਰ ਨੇ ਇੱਕ ਮੁੰਡੇ ਤੋਂ ਦੁੱਧ ਮੰਗਵਾ ਕੇ ਚਾਹ ਬਣਾਈ। ਮੁੰਡਿਆਂ ਕੁੜੀਆਂ ਨੂੰ ਠੀਕ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ। ਰੂਪ ਅਗਾਊਂ ਛੁੱਟੀ ਤੋਂ ਥੋੜੀ ਹੈਰਾਨ ਜ਼ਰੂਰ ਹੋਈ। ਫਿਰ ਸੋਚਿਆ ਹੋ ਸਕਦਾ ਮਾਸਟਰ ਨੂੰ ਘਰ ਕੰਮ ਹੋਵੇ। ਬੱਚਿਆਂ ਦੇ ਚਲੇ ਜਾਣ ਪਿੱਛੋਂ ਮਾਸਟਰ ਨੇ ਰੂਪ ਨੂੰ ਚਾਹ ਪੀਣ ਲਈ ਰੋਕ ਲਿਆ। ਰੂਪ ਨੇ ਨਾ ਆਖਣੀ ਯੋਗ ਨਾ ਸਮਝੀ। ਚਾਹ ਵਾਲਾ ਗਲਾਸ ਫੜਾਉਂਦਿਆਂ ਸ਼ਿਵਦੱਤ ਪਹਿਲੀ ਵਾਰ ਮਨ ਦੀ ਮੈਲ ਨਾਲ ਮੁਸਕਰਾਇਆ। ਉਸਦੇ ਪੀਲੇ ਦੰਦਾਂ ਚੋਂ ਬੋ ਉੱਠ ਖਲੋਤੀ ਸੀ। ਰੂਪ ਦੀਆਂ ਅੱਖਾਂ ਮੀਟੀਆਂ ਗਈਆਂ। ਰੂਹ ਨੂੰ ਕਤਲ ਹੋਣ ਲਈ ਦੇਰ ਨਹੀਂ ਲੱਗਦੀ। ਚਾਹ ਵਾਲੇ ਗਲਾਸ ਨੂੰ ਹੱਥ ਪਾਉਣ ਦੀ ਥਾਂ ਉਹ ਆਪਣੇ ਅਨੁਭਵ ਵਿੱਚ ਉਤਰ ਗਈ। ਮਰਦ ਕਿੰਨੀ ਪਤਲੀ ਹਾਲਤ ਦਾ ਮਾਲਕ ਹੈ। ਪਲ ਵਿੱਚ ਹੀ ਧੀ ਨੂੰ ਪ੍ਰੇਮਕਾ ਬਣਾ ਲੈਂਦਾ ਹੈ। ਇਹ ਧਰਮਾਂ ਨੂੰ ਪੈਦਾ ਕਰਨ ਵਾਲਾ ਪੈਗੰਬਰ ਆਪਣੇ ਬਣਾਏ ਅਸੂਲਾਂ ਨੂੰ ਲਤਾੜ ਸੁੱਟਦਾ ਹੈ। ਇਸ ਦੀ ਬੇਹਯਾਈ ਉਮਰਾਂ ਦੇ ਕੁਦਰਤੀ ਫਰਕ ਤੱਕ ਨੂੰ ਡਕਾਰ ਜਾਂਦੀ ਹੈ। ਇਸ ਜਵਾੜੇ ਖੋਲੀ ਖਲੋਤੇ ਸਮਾਜ ਵਿੱਚ ਕੋਈ ਵੀ ਕੁੜੀ ਆਪਣਾ ਆਪ ਫੌਲਾਦ ਦਾ ਬਣਾਏ ਬਿਨਾਂ ਬਚ ਹੀ ਕਿਸ ਤਰ੍ਹਾਂ ਸਕਦੀ ਹੈ? ਹਰ ਵਾਹ ਪੈਣ ਵਾਲੇ ਬੰਦੇ ਨੇ ਜੇ ਬਾਂਹ ਨੂੰ ਹੱਥ ਪਾਉਣਾ ਹੈ ਤਦ ਮੈਨੂੰ ਛੀਣੀ ਬਣੇ ਬਗੈਰ ਨਹੀਂ ਸਰਨਾ। ਇਸ ਨਵੇਂ ਬਣਦੇ ਬਦਮਾਸ਼ ਨੂੰ ਕਿਵੇਂ ਸਮਝਾਵਾਂ? ਇਸ ਦੇ ਖਿਲਾਫ ਸ਼ਿਕਾਇਤ ਕਰਾਂ? ਮੈਂ ਨਵੀਂ ਹਾਂ, ਪਤਾ ਨਹੀਂ ਮਹਿਕਮਾ ਕਿਵੇਂ ਸਿੰਝੇ, ਪਰ ਦੇਖਾਂ ਤਾਂ ਸਹੀ ਇਹ ਕਰਦਾ ਕੀ ਏ? ਮੈਂ ਇਹਦੇ ਜੋਗੀ ਵੀ ਨਹੀਂ। ਤੁਹਾਡੀ ਚਾਹ ਠਰ ਜਾਵੇਗੀ। ਸ਼ਿਵਦੱਤ ਨੇ ਉਸ ਨੂੰ ਸੋਚਾਂ ਦੀ ਨੀਵੀਂ ਚੋਂ ਜਗਾਇਆ। ਮੇਰੀ ਸਲਾਹ ਉਸ ਬਦਮਾਸ਼ ਦੇ ਖਿਲਾਫ ਮਹਿਕਮੇ ਨੂੰ ਦਰਖਾਸਤ ਦੇ ਦਿੱਤੀ ਜਾਵੇ। ਪੇਸ਼ਬੰਦੀ ਚੰਗੀ ਹੁੰਦੀ ਏ। ਨਹੀਂ, ਰੂਪ ਨੇ ਇੰਨੀ ਰੂਹ ਨਾਲ ਆਖਿਆ ਕਿ ਸ਼ਿਵਦੱਤ ਤੜਪ ਗਿਆ। ਰੂਪ ਦੀਆਂ ਅੱਖਾਂ 'ਚ ਗੁਸੈਲੀ ਲਾਲੀ ਉੱਠ ਖਲੋਤੀ। ਸ਼ਿਵਦੱਤ ਲਈ ਸਾਹਮਣੇ ਝਾਕਣਾ ਔਖਾ ਹੋ ਰਿਹਾ ਸੀ। 2 ਦਿਨ ਉਹਨਾਂ ਵਿਚਕਾਰ ਇਸ ਮਸਲੇ ਤੇ ਕੋਈ ਗੱਲ ਨਾ ਹੋਈ। ਇਹਨਾਂ ਦਿਨਾਂ ਵਿੱਚ ਹੀ ਰੂਪ ਫਿਕਰ ਦੀ ਪਰਛਾਈ ਤੋਂ ਲੈ ਕੇ ਸੰਜੀਦਗੀ ਦੀ ਠੋਸ ਤਹਿ ਤੱਕ ਵਿਚਰਦੀ ਰਹੀ ਸੀ। ਜੇਬੂ ਇਕੱਲੇ ਤੋਂ ਉੱਕਾ ਹੀ ਨਹੀਂ ਸੀ ਡਰਦੀ, ਪਰ ਉਹ ਹੋਰ ਬਦਮਾਸ਼ ਨਾਲ ਕੇ ਵੀ ਆ ਸਕਦਾ ਸੀ। ਇਸ ਚਿੰਤਾ ਨੇ ਰੂਪ ਦੀ ਨਿਡਰਤਾ ਨੂੰ ਸਿਰੋਂ ਫੜ ਲਿਆ। ਬਦਮਾਸ਼ਾਂ ਦਾ ਕੁਝ ਨਹੀਂ ਜਾਣਾ ਸੀ ਤੇ ਉਸ ਸਾਰੇ ਇਲਾਕੇ ਵਿੱਚ ਬਦਨਾਮ ਹੋ ਜਾਣਾ ਸੀ। ਲੋਕਾਂ ਦੀਆਂ ਗੱਲਾਂ ਬਣਾਉਂਦਿਆਂ ਦੀ ਕਿਹੜਾ ਜ਼ੁਬਾਨ ਫੜ ਲੈਣੀ ਸੀ। ਮਾਸਟਰ ਦੀ ਟੀਰੀ ਅੱਖ ਰੂਪ ਦੇ ਸਾਹਮਣੇ ਭਾਵੇਂ ਨਹੀਂ ਹੋਈ ਸੀ, ਪਰ ਉਸ ਦਾ ਪਿੱਛਾ ਜ਼ਰੂਰ ਕਰਦੀ ਰਹੀ ਸੀ। ਇੱਕ ਦਿਨ ਉਸ ਆਖ ਹੀ ਦਿੱਤਾ, ਤੁਸੀਂ ਜੀਰੇ ਰਹਿਣ ਲੱਗ ਪਵੋ, ਉੱਥੋਂ ਇਕੱਠੇ ਆ ਜਾਇਆ ਕਰਾਂਗੇ। ਜ਼ਾਰਾ ਮਾਸਟਰ ਦੇ ਸ਼ਬਦਾਂ 'ਚ ਹਮਦਰਦੀ ਸੀ, ਪਰ ਅੰਦਰੋਂ ਸਵਾਰਥੀ ਰਵੱਈਆ ਜਿਉਂਦਾ ਤਿਉਂ
ਕਾਇਮ ਦਾਇਮ ਸੀ। ਮਿਹਰਬਾਨੀ ਮਾਸਟਰ ਜੀ, ਮੈਨੂੰ ਕੋਈ ਡਰ ਨਹੀਂ, ਪਰ ਮੈਂ ਮੰਡੀ ਰਹਿਣ ਦਾ ਮਨ ਬਣਾ ਲਿਆ ਹੈ। ਰੂਪ ਨੇ ਸ਼ਿਵਦੱਤ ਨੂੰ ਨੌ ਸਮਝ ਲਿਆ ਸੀ। ਮਾਸਟਰ ਅੰਦਰ ਖਿੱਚ ਕੇ ਰਹਿ ਗਿਆ। ਉਸ ਜਾਣ ਲਿਆ ਇਹ ਬੇਰ ਉਸ ਦੀ ਹੱਥ ਪਹੁੰਚ ਤੋਂ ਬਹੁਤ ਦੂਰ ਹੈ, ਪਰ ਫਿਰ ਵੀ ਖੱਬਿਓਂ ਸੱਜੋਂ ਉਸ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੂਪ ਆਪਣੀ ਬੇਜੀ ਤੇ ਬੱਚਿਆਂ ਨੂੰ ਲਿਆ ਕੇ ਮੰਡੀ ਰਹਿਣ ਲੱਗ ਪਈ। ਮੰਡੀ ਦੇ ਵਿਚਕਾਰ ਉਸਨੂੰ 2 ਕਮਰਿਆਂ ਵਾਲਾ ਚੁਬਾਰਾ 12 ਰੁਪਏ ਕਿਰਾਏ ਤੋਂ ਮਿਲ ਗਿਆ। ਆਲੇ ਦੁਆਲੇ ਦੇ ਚੁਬਾਰੇ ਸ਼ਰੀਫ ਤੇ ਮਹਾਜਨ ਮੱਤ ਵਾਲੇ ਪਰਿਵਾਰਾਂ ਦੇ ਸਨ। ਉਸ ਨੂੰ ਮੰਡੀ ਆ ਕੇ ਲੰਮੀ ਤਸੱਲੀ ਹੋ ਗਈ। ਗੁਰਮੀਤ ਨੂੰ ਸਕੂਲ ਦਾਖਲ ਕਰਵਾ ਦਿੱਤਾ। ਪਿੰਡੋਂ ਮੂੰਹ ਹਨੇਰੇ ਉੱਠ ਕੇ ਆਉਣ ਦੀ ਤਕਲੀਫ ਮੁੱਕ ਗਈ। ਪਿੰਡ ਤੋਂ ਰੇਲ ਦੇ ਸਟੇਸ਼ਨ ਤੱਕ ਦਾ ਕੱਚਾ ਤੇ ਲੰਮਾ ਰਾਹ ਹੋਣ ਕਰਕੇ ਜੇਬੂ ਦਾ ਵੀ ਖਤਰਾ ਸੀ। ਸ਼ਾਇਦ ਬੰਦੇ ਲੈ ਕੇ ਬਦਨਾਮੀ ਦਾ ਮੌਕਾ ਪੈਦਾ ਕਰ ਦਿੰਦਾ। ਉਹ ਚਾਹੁੰਦੀ ਸੀ ਜੇਬੂ ਔਂਤਰੇ ਦਾ ਮਨ ਵਿੱਚ ਖਿਆਲ ਤੱਕ ਨਾ ਆਵੇ, ਫਿਰ ਉਹੀ ਜ਼ਿੰਦਗੀ ਦੀਆਂ ਭੁੱਖਾਂ ਲਾਉਣ ਵਾਲੇ ਕੰਮਾਂ ਨੂੰ ਸਿਰੇ ਚੜਾ ਸਕਦੀ ਸੀ। ਇਹਨਾਂ ਸੋਚਾਂ ਨੇ ਸਚਦੇਵ ਅੱਗੇ ਲੈ ਆਂਦਾ। ਪ੍ਰਿੰਸੀਪਲ ਵਾਂਗ ਕੋਈ ਜੇਬੂ ਨੂੰ ਜਰਕਾ ਦੇਵੇ ਜਾਂ ਛਿੱਤਰ ਫੇਰ ਦੇਵੇ, ਇਹ ਰੱਬ ਦਾ ਬੰਦਾ ਮੁੜ ਅੱਖ 'ਚ ਪਾਇਆ ਵੀ ਨਾ ਰੜਕੇ। ਉਹ ਮਾਸਟਰ ਸਚਦੇਵ ਨੂੰ ਖਤ ਲਿਖਣ ਬੈਠ ਗਈ। ਪਿਆਰੇ ਮਾਸਟਰ ਜੀ, ਜੈ ਹਿੰਦ। ਜਿਸ ਬਿਮਾਰੀ ਦਾ ਕਦੇ ਮੈਂ ਮਿਸ਼ਨ ਸਕੂਲ ਤੁਹਾਡੇ ਕੋਲ ਜ਼ਿਕਰ ਕੀਤਾ ਸੀ, ਉਹ ਮੁੜ ਜਾਗ ਪਈ ਹੈ। ਜ਼ਿੰਦਗੀ ਸ਼ਾਇਦ ਤੁਹਾਡੇ ਅਹਿਸਾਨਾਂ ਦਾ ਭਾਰ ਸਾਰੀ ਉਮਰ ਨਾ ਲਾ ਸਕੀ, ਪਰ ਮੈਂ ਇੱਕ ਅਹਿਸਾਨ ਹੋਰ ਮੰਗਦੀ ਹਾਂ। ਜੇ ਸੂਝ ਦੇ ਪੱਖ ਤੋਂ ਅੱਖਾਂ ਖੋਲ੍ਹੀਆਂ ਹੋਣ, ਇਹਨਾਂ ਨੂੰ ਵੀ ਜ਼ਖਮੀ ਹੋਣ ਤੋਂ ਬਚਾਓ। ਉੱਚੇ ਨੀਵੇਂ ਰਾਹ ਮੈਂ ਆਪ ਚੁਣ ਸਕਦੀ ਹਾਂ, ਇਸ ਲਈ ਆਥਣ ਸਵੇਰ ਤੁਸੀਂ ਆ ਕੇ ਸਭ ਕੁਝ ਅੱਖੀਂ ਵੇਖ ਜਾਓ। ਜ਼ਰੂਰੀ ਤਾਕੀਦ ਹੈ। ਧੰਨਵਾਦ। ਤੁਹਾਡੀ ਸ਼ਿਸ਼ ਜਗਰੂਪ ਕੌਰ। ਇਹ ਸੀ ਭਾਗ 9 ਦਾ ਪਹਿਲਾ ਹਿੱਸਾ। ਰੂਪਧਾਰਾ ਨਾਵਲ ਦੇ 9ਵੇਂ ਭਾਗ ਦਾ ਦੂਜਾ ਹਿੱਸਾ। ਉਸ ਦੇ ਰੱਤੇ ਵਾਲ ਲੱਗ ਜਾਣ ਬਾਰੇ ਮਾਸਟਰ ਸਚਦੇਵ ਨੂੰ ਪਤਾ ਸੀ। ਯਾਨੀ ਰੂਪ ਦੇ ਰੱਤੇ ਵਾਲ ਲੱਗ ਜਾਣ ਬਾਰੇ ਮਾਸਟਰ ਸਚਦੇਵ ਨੂੰ ਪਤਾ ਸੀ, ਕਿਉਂਕਿ ਲਗਾਉਣ ਵੇਲੇ ਵਿੱਤ ਅਨੁਸਾਰ ਸਚਦੇਵ ਨੇ ਭੱਜ ਦੌੜ ਕੀਤੀ ਸੀ। ਖਤ ਲਿਖ ਦੇਣ ਪਿੱਛੋਂ ਰੂਪ ਨੂੰ ਇੱਕ ਆਪ ਮੁਹਾਰੀ ਤਸੱਲੀ ਹੋ ਗਈ ਕਿ ਮਾਸਟਰ ਜੀ ਜ਼ਰੂਰ ਆਉਣਗੇ। ਸਚਦੇਵ ਦੀਆਂ ਗੱਲਾਂ ਉਸ ਬੇਜੀ ਕੋਲ ਬੜੀ ਵਾਰ ਦੁਹਰਾਈਆਂ ਸਨ। ਮਾਲਨ ਰੂਪ ਨਾਲ 1 ਹਫ਼ਤੇ ਦਾ ਵਾਅਦਾ ਕਰਕੇ ਆਈ ਸੀ। ਹਫ਼ਤਾ ਬੀਤ ਜਾਣ ਪਿੱਛੋਂ ਉਸ ਕਿਹਾ, ਰੂਪ, ਤੇਰੇ ਬਾਪੂ ਜੀ ਦੀ ਰੋਟੀ ਵੱਲੋਂ ਔਖੇ ਹੁੰਦੇ ਹੋਣਗੇ, ਸਕੇ 1-2 ਦਿਨ ਪਕਾ ਦੇਣਗੇ। ਸਾਰੀ ਉਮਰ ਦਾ ਬੱਚੀ ਉਹਨਾਂ ਠੇਕਾ ਨਹੀਂ ਲਿਆ। ਪਰ ਬੇਜੀ, ਮੈਂ ਤੈਨੂੰ ਹੁਣ ਪਰਾਂ ਨਹੀਂ ਕਰਨਾ ਚਾਹੁੰਦੀ। ਰੂਪ ਅਮੁੱਕ ਰੀਝ ਵਿੱਚ ਬੋਲੀ। ਮੈਂ ਤੇਰੇ ਕੋਲ ਹੀ ਹਾਂ। ਤੇਰੀ 25-27 ਦਿਨ ਖਬਰਸਾਰ ਲੈਂਦੀ ਰਹੂੰਗੀ। ਤੇਰੀ ਗੁਆਂਢਣ ਸੀਤਾ ਦੇਵੀ ਸਤਜੁਗੀ ਬੁੜੀ ਹੈ। ਸ਼ਹਿਰ ਵਰਗੀ ਗੱਲ ਹੈ, ਇੱਥੇ ਡਰ ਹੀ ਕਾਹਦਾ ਏ। ਮਾਲਣ ਨੇ ਧੀ ਨੂੰ ਕਈ ਤਰ੍ਹਾਂ ਦੀਆਂ ਤਸੱਲੀਆਂ ਦਿੱਤੀਆਂ। ਬੇਜੀ, ਡਰ ਤਾਂ ਇੱਥੇ ਕੋਈ ਨਹੀਂ। ਜੇ ਡਰ ਹੁੰਦਾ ਆਉਣ ਦੀ ਹੀ ਕੀ ਲੋੜ ਸੀ। ਮੈਂ ਚਾਹੁੰਦੀ ਹਾਂ ਤੂੰ ਮੇਰੇ ਕੋਲ ਸੁੱਖ ਦੇ ਦਿਹਾੜੇ ਕੱਢੇ। ਰੂਪ, ਤੂੰ ਬੜੀ ਭੋਲੀ ਏ। ਤੇਰੇ ਬਾਪੂ ਜੀ ਨੂੰ ਬੇਗਾਨਿਆਂ ਗੋਚਰਾ ਰੋਲ ਦੇਵਾਂ? ਨਹੀਂ, ਬਾਪੂ ਜੀ ਵੀ ਇੱਥੇ ਆ ਜਾਣਗੇ। ਕਮਲੀਏ, ਤੇਰਾ ਸਹੁਰਾ 100 ਲੁੱਤੀਆਂ ਲਾਵੇਗਾ। ਧੀ ਕਮਾਂਦੀ ਏ, ਮਾਂ ਪਿਓ ਬਹਿ ਕੇ ਖਾਂਦੇ ਐ। ਉਹਨਾਂ ਗੱਲਾਂ ਕਰਦੀਆਂ ਨੂੰ ਸੁਣ ਕੇ ਸੀਤਾ ਦੇਵੀ ਵੀ ਆ ਗਈ। ਧੀ ਨੂੰ ਸਰੇ ਤਾਂ ਕੋਲੋਂ ਦੇਈਏ, ਉਹਦਾ ਖਾਈਏ ਕਦੇ ਨਾ, ਕਿਉਂ ਬੇਬੇ? ਮਾਲਣ ਨੇ ਸੀਤਾ ਦੇਵੀ ਵੱਲ ਹੁੰਗਾਰਾ ਭਰਾਉਣ ਲਈ ਮੂੰਹ ਪਵਾਇਆ। ਸੱਤ ਕਹਿੰਦੀ ਐ ਮਾਈ, ਸੀਤਾ ਦੇਵੀ ਨੇ ਨਾਲ ਹੀ ਸਿਰ ਹਿਲਾਇਆ। ਤੁਹਾਡੇ ਖਿਆਲ ਪੁਰਾਣੇ ਐ ਬੇਜੀ। ਜਿਨ੍ਹਾਂ ਨੂੰ ਦੁੱਖ ਝੱਲ ਕੇ ਪਾਲੀਦਾ ਏ, ਉਹ ਬੁੱਢੇ ਬਾਰੇ ਸਹਾਰਾ ਬਣਦੇ ਐ। ਰੂਪ ਠੋਸ ਸੱਚਾਈ ਕਾਰਨ ਆਪਣੀ ਗੱਲ ਤੇ ਅੜ ਗਈ। ਸਾਨੂੰ ਦੁੱਖ ਦੇਣਾ ਮੁੰਡਿਆਂ ਦਾ ਫਰਜ਼ ਹੈ ਬੇਜੀ। ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਰਹਿਣਾ। ਨਾਲੇ ਤੂੰ ਨੇਕ ਵੱਲੋਂ ਸੁੱਖ ਲੈਣ ਦੀ ਆਸ ਲਾ ਛੱਡ। ਰੂਪ ਨੇ ਹਕੀਕਤ ਮਾਲਣ ਨੂੰ ਮੂੰਹ ਤੇ ਹੀ ਕਹਿ ਮਾਰੀ। ਸੱਚਮੁੱਚ ਮਾਂ ਨੇਕ ਵੱਲੋਂ ਬਹੁਤ ਦੁਖੀ ਹਾਂ। ਸੱਚਮੁੱਚ ਮੈਂ ਨੇਕ ਵੱਲੋਂ ਬਹੁਤ ਦੁਖੀ ਹਾਂ। ਜਿੱਦਣ ਦਾ ਗੱਡੀਆਂ 'ਚ ਲੱਗਾ ਏ, ਫੁੱਟੀ ਕੌਡੀ ਨਹੀਂ ਕਰ ਦਿੱਤੀ। ਮਾਲਣ ਨੇ ਹੌਂਕਾ ਲੈ ਕੇ ਆਖਿਆ। ਉਹਦਾ ਪਿਓ ਅੱਜ ਔਖਾ ਹੈ। ਅੱਛਾ, ਉਹਦੀ ਮਰਜ਼ੀ। ਅਸੀਂ ਤਾਂ ਔਖੇ ਸੌਖੇ ਦਿਨ ਪੂਰੇ ਕਰ ਲਵਾਂਗੇ।
ਪਰ ਆਪਣੇ ਲੱਛਣੀ ਉਹੀ ਔਖਾ ਹੋਵੇਗਾ। ਮਾਲਣ ਨੇ ਅੱਖਾਂ ਭਰ ਆਈਆਂ। ਰੂਪ ਨੇ ਮਹਿਸੂਸ ਕੀਤਾ, ਮੈਂ ਦੂਹੀ ਗੱਲ ਕਾਹਨੂੰ ਕਰਨੀ ਸੀ। ਬੇਜੀ, ਤੂੰ ਮੇਰੇ ਦਿਲ ਦੀ ਗੱਲ ਪੁੱਛੇ, ਮੈਂ ਤੈਨੂੰ ਤਾਂ ਹੁਣ ਔਖੀ ਨਹੀਂ ਹੋਣ ਦੇਣਾ। ਨਿਸ਼ੰਗ ਮੈਂ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਨਾ ਸਕਾਂ। ਉਹ ਦਿਲ ਭਰ ਕੇ ਫੁੱਟ ਪਈ। ਸਦਕੇ ਧੀਏ, ਆਰਾਮ ਭਲੀ ਕਰੂ, ਸੀਤਾ ਦੇਵੀ ਕਹਿ ਉੱਠੀ। ਇਹ ਨੇਕ ਬਖਤਾਂ ਦਾ ਕਰਤੱਵ ਹੈ, ਲਹੂ ਲਹੂ ਤੇ ਜਲਾਂਦਾ ਹੈ। ਉਸ ਰਾਮ ਰਾਮ ਆਖਦਿਆਂ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ। ਮੇਰੇ ਲਾਲ ਜੀ ਕਿਉਂ ਨਾ ਪੜ੍ਹਨਗੇ? ਬੇਜੀ ਨੇ ਸਮੀਰ ਨੂੰ ਪਿਆਰ ਨਾਲ ਚੁੰਮ ਲਿਆ। ਇਹ ਪੜ੍ਹਨਗੇ ਵੀ ਤੇ ਅਫਸਰ ਵੀ ਬਣਨਗੇ। ਕਿਉਂ ਡੱਡੀ? ਮੈਂ ਊੜੀ ਪਾਊਂਗਾ। ਸਮੀਰ ਖੁਸ਼ ਹੋਇਆ ਸੀ। ਊੜੀ ਨਹੀਂ ਹੁੰਦੀ, ਈੜੀ ਹੁੰਦੀ ਹੈ, ਗੁਰਮੀਤ ਨੇ ਬਾਲ ਉਪਦੇਸ਼ ਚੁੱਕਦਿਆਂ ਕਿਹਾ। ਬੇਬੇ ਜੀ, ਤੁਸਾਂ ਵੀ ਰੂਪ ਦਾ ਖਿਆਲ ਰੱਖਣਾ, ਮਾਲਣ ਨੇ ਗੁਆਂਢਣ ਸੀਤਾ ਦੇਵੀ ਨੂੰ ਦੇਖਭਾਲ ਵਜੋਂ ਆਖਿਆ। ਇੱਥੇ ਮਾਈ ਜੀ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ, ਚੋਰੀ ਚਕਾਰੀ ਸੁਣੀ ਤੱਕ ਨਹੀਂ, ਰਾਮ ਭਲੀ ਕਰੂ। ਸੀਤਾ ਦੇਵੀ ਗੁਆਂਢੀ ਹਿੱਤ ਭਾਰਾ ਨਾਲ ਬੋਲੀ। ਮੈਂ ਉਸ ਵੇਲੇ ਨਾ ਮੰਜਾ ਡਾਇਆ, ਇੱਧਰ ਪੈ ਰਿਹਾ ਕਰਾਂਗੀ। ਬੇਬੇ ਤੇਰੀ ਬੜੀ ਮਿਹਰਬਾਨੀ, ਫਿਰ ਮੈਂ ਪਿੰਡ ਰੱਜ ਕੇ ਸੌਂ ਲਿਆ ਕਰਾਂਗੀ, ਨਹੀਂ ਤਾਂ ਕੂੰਚ ਦੇ ਬੱਚਿਆਂ ਵਾਂਗ ਮੇਰੀ ਸੁਤਾ ਇਹਨਾਂ 'ਚ ਹੀ ਰਿਹਾ ਕਰੇਗੀ। ਮਾਲਣ ਨੇ ਆਪਣੇ ਦਿਲ ਦੀ ਕਹਿ ਦਿੱਤੀ। ਮੈਂ ਮਾਈ ਜੀ ਇੱਥੇ ਪਿਆਰਿਆ ਕਰਾਂਗੀ, ਤੂੰ ਫਿਕਰ ਨਾ ਕਰੀ, ਰੱਬ ਸਭਨਾਂ ਦਾ ਹੈ। ਸੀਤਾ ਦੇਵੀ ਨੇ ਮਾਲਣ ਦਾ ਹੱਥ ਕੁੱਟਿਆ। ਮਾਲਣ ਦੇ ਚਲੀ ਜਾਣ ਪਿੱਛੋਂ ਰੂਪ ਸਮੀਰ ਨੂੰ ਆਪਣੇ ਨਾਲ ਰੱਤੇਵਾਲ ਲੈ ਜਾਣ ਲੱਗ ਪਈ। ਹੁਣ ਵੀ ਮਾਸਟਰ ਸ਼ਿਵਦੱਤ ਕਦੇ ਨਾ ਕਦੇ ਚਾਹ ਬਣਾ ਲੈਂਦਾ। ਬਣਾਉਂਦਾ ਉਹ ਰੂਪ ਨੂੰ ਪਿਆਉਣ ਲਈ ਸੀ, ਪਰ ਰੂਪ ਨੇ ਗਰਮੀ ਦਾ ਬਹਾਨਾ ਲਾ ਕੇ ਕਦੇ ਉਸਦੀ ਚਾਹ ਨਹੀਂ ਪੀਤੀ ਸੀ। ਉਂਝ ਉਹ ਬੰਗਲੌਰ ਦੀ ਜ਼ਿੰਦਗੀ ਤੋਂ ਦੋਨੋਂ ਸਮੇਂ ਚਾਹ ਦੀ ਸ਼ੌਕੀਨ ਬਣ ਚੁੱਕੀ ਸੀ। ਉਹ ਸ਼ਿਵਦੱਤ ਦੇ ਮਚਲ ਗੱਲਾਂ ਕਰਨ ਨੂੰ ਤਾੜ ਰਹੀ ਸੀ। ਉਸ ਨੂੰ ਆਪਣੇ ਆਪ ਹਾਸਾ ਤੇ ਗੁੱਸਾ ਵੀ ਆ ਜਾਂਦਾ। ਇਸ ਕੰਜਰ ਬੁੱਢੇ ਨੂੰ ਧੀ ਨਾਲ ਕਿੱਥੋਂ ਇਸ਼ਕ ਕੁੱਦਿਆ ਏ। ਸਾਹ ਇੰਸ਼ੋਰੈਂਸ ਵਾਲਿਆਂ ਕੋਲ ਗਹਿਣੇ ਕਰਵਾਈ ਫਿਰਦਾ ਏ ਤੇ ਸਾਰੀਆਂ ਦੋ ਚਪੇੜਾਂ ਦੀ ਮਾਰਨੀ। ਇਸ ਦਾ ਸਿਆਪਾ ਮੁੱਕਾ ਨਹੀਂ, ਇੱਕ ਦਾ ਸਿਆਪਾ ਮੁੱਕਾ ਨਹੀਂ, ਇਹ ਦੂਜਾ ਥੋਰ ਸਕੂਲ ਵਿੱਚ ਜੰਮ ਪਿਆ ਏ। ਮੈਂ ਸੋਚਦੀ ਹਾਂ ਕੀ ਕਹਿਣਾ ਏ, ਇਹ ਟੀਰੂ ਖੁੰਦਰਾ ਛੇੜਨੋਂ ਨਹੀਂ ਹਟਦਾ। ਅੱਜ ਸ਼ਿਵਦੱਤ ਨੇ ਸਰਪੰਚ ਨੂੰ ਚਾਹ ਮੌਕੇ ਬੁਲਾ ਲਿਆ। ਰੂਪ ਇਸ ਸਰਪੰਚ ਬਾਰੇ ਗੱਲੀ ਬਹੁਤ ਕੁਝ ਜਾਣ ਚੁੱਕੀ ਸੀ, ਪਰ ਉਸ ਨੂੰ ਮਿਲਣ ਦਾ ਮੌਕਾ ਨਹੀਂ ਜੁੜਿਆ ਸੀ। ਕਰਤਾਰ ਸਿੰਘ ਸਰਪੰਚ ਅਗਾਂਹਵਧੂ ਖਿਆਲਾਂ ਦਾ ਮਾਲਕ ਸੀ। ਮਾਂ ਨੇ ਸ਼ਰੀਕਾ ਤੋਂ ਡਰਦਿਆਂ ਉਸ ਨੂੰ 10ਵੀਂ ਚੋਂ ਹੀ ਪੜ੍ਹਨੋਂ ਹਟਾ ਲਿਆ ਸੀ। ਮਤਾ ਜੀਰੇ ਦੇ ਰਾਹ ਵਿੱਚ ਕੋਈ ਕਾਰਾ ਨਾ ਕਰ ਦੇਣ। ਉਮਰ 30 ਤੋਂ ਵੱਧ ਨਹੀਂ ਸੀ। ਪੰਚਾਇਤ ਦੀ ਇਸ ਚੋਣ ਵਿੱਚੋਂ ਅੰਗਰੇਜ਼ ਸਮੇਂ ਦੇ ਤੁਰਿਆ ਰਹੇ ਟੋਡੀਆਂ ਦੀ ਹਿੱਕ 'ਚ ਗੋਡਾ ਦੇ ਕੇ ਸਰਪੰਚ ਬਣਿਆ ਸੀ। ਟੋਡੀ ਲਾਣੇ ਨੇ ਮੌਕਾ ਤਾੜ ਕੇ 47 ਵਿੱਚ ਮਾਨਚੈਸਟਰ ਦੀ ਪਪਲੇਨ ਤੇ ਲੱਠਾ ਲਾ ਕੇ ਆਦਮਪੁਰ ਦਾ ਖੱਦਰ ਪਾ ਲਿਆ ਸੀ। ਉਮਰ ਭਰ ਦੀ ਗੁਲਾਮੀ ਦੀਆਂ ਤੱਤਾਂ ਇਸ ਘਰਾਤ ਵਿੱਚ ਕਿੱਥੋਂ ਬਦਲ ਜਾਂਦੀਆਂ। ਹੁਣ ਤੱਕ ਉਹਨਾਂ ਪਿੰਡ ਵਿੱਚ ਮਨਮਰਜ਼ੀ ਦੀ ਸਰਦਾਰੀ ਰਹੀ ਸੀ। ਕੱਲ ਦੇ ਛੋਕਰੇ ਨੇ ਉੱਠ ਕੇ ਉਹਨਾਂ ਦਾ ਨੱਕ ਵੱਢ ਸੁੱਟਿਆ ਸੀ। ਚੋਣ ਸਮੇਂ ਕਰਤਾਰ ਸਿੰਘ ਨਾਲ 4 ਵੋਟਾਂ ਤੇ ਟੋਡੀਆਂ ਕੋਲ 2 ਹੀ ਰਹਿ ਗਈਆਂ ਸਨ। ਮਜ਼੍ਹਬੀ ਵੋਟ ਨੂੰ ਟੋਡੀਆਂ ਲਾਲਚ ਪਿੱਛੋਂ ਡਰਾਵੇ ਵੀ ਦਿੱਤੇ, ਪਰ ਉਹ ਕਰਤਾਰ ਸਿੰਘ ਦੀ ਲੋਹੇ ਦੀ ਲਾਠੀ ਬਣ ਚੁੱਕਾ ਸੀ। ਕਰਤਾਰ ਸਿੰਘ ਇਲਾਕੇ 'ਚ ਪੁਰਸਵਾਰਥੀ ਵਜੋਂ ਮਸ਼ਹੂਰ ਹੋ ਚੁੱਕਾ ਸੀ। ਉਸ ਦੇ ਚੋਣ ਵਿੱਚ ਅੱਗੇ ਜਾਣ ਦਾ ਵੱਡਾ ਕਾਰਨ ਇਹੋ ਸੀ। ਕਰਤਾਰ ਸਿੰਘ ਦੀ ਆਪਣੀ ਵਾਹੀ ਦਾ ਕੰਮ ਰੱਬ ਰਾਸੇ ਚੱਲਦਾ ਸੀ। ਕਦੇ ਵੇਲੇ ਸਿਰ ਹਲ ਫੜ ਕੇ ਕੰਮ ਨੂੰ ਅਗੇਤ ਪਾ ਦਿੱਤੀ, ਨਹੀਂ ਸੀਰੀ ਆਸਰੇ ਪਿੱਛੇ ਪਿਆ ਰਹਿੰਦਾ। ਮਾਂ ਕਹਿ ਕੇ ਥੱਕ ਲੱਥੀ ਸੀ ਕਿ ਪਿਓ ਕਰਤਾਰ ਸਿੰਘ ਦਾ ਛੋਟਾ ਹੁੰਦੇ ਦਾ ਹੀ ਚਲਾਣਾ ਕਰ ਗਿਆ ਸੀ। ਮਾਂ ਨੇ ਇਕੱਲਾ ਪੁੱਤ ਹੋਣ ਕਾਰਨ ਸ਼ਰੀਕਾਂ ਤੋਂ ਲੁਕਾ ਉਸ ਨੂੰ ਪਾਲਿਆ ਸੀ, ਕਿਉਂਕਿ ਇੱਕ ਹਲ ਤੋਂ ਵੀ ਫਾਲਤੂ ਜ਼ਮੀਨ ਦਾ ਉਹ ਇਕੱਲਾ ਮਾਲਕ ਸੀ। ਅੱਜ ਕਰਤਾਰ ਸਿੰਘ ਤੇ ਉਸਦੇ ਸਾਥੀ ਪਿੰਡ ਦੇ ਹਰ ਤਰ੍ਹਾਂ ਦੇ ਝਗੜਿਆਂ ਤੇ ਥਾਂ ਗਏ ਸਨ। ਉਸ ਦੇ ਵਿਰੋਧੀ ਅੰਦਰਲੇ ਅੰਦਰ ਗਿੱਲੇ ਗੋਹਿਆਂ ਵਾਂਗ ਧੁਖ ਰਹੇ ਸਨ। ਮਾਸਟਰ ਜੀ, ਬੀਬੀ ਨੂੰ ਨਹੀਂ ਬੁਲਾਇਆ? ਸਰਪੰਚ ਨੂੰ ਇਕੱਲਿਆਂ ਚਾਹ ਪੀਣਾ ਚੁੱਭ ਰਿਹਾ ਸੀ। ਜੀ ਤੁਸੀਂ ਕਹੋ ਉਹਨਾਂ ਨੂੰ, ਮਾਸਟਰ ਨੇ ਚੁਸਤੀ ਵਰਤ ਲਈ। ਕੀ ਗੱਲ, ਤੁਹਾਡੀ ਕੋਈ ਅਣਬਣ ਹੈ? ਸਰਪੰਚ ਨੇ ਸਧਾਰਨ ਪੁੱਛਿਆ। ਨਹੀਂ ਜੀ, ਅਜਿਹੀ ਗੱਲ ਤਾਂ ਸਵਾਲ ਹੀ ਨਹੀਂ ਉੱਠਦਾ। ਮਾਸਟਰ ਥੋੜਾ ਥਿੜਕ ਗਿਆ। ਸਰਪੰਚ ਆਪ ਉੱਠ ਕੇ ਦੂਜੇ ਕਮਰੇ ਗਿਆ। ਦੋਹਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਆਖੀ। ਬੀਬੀ, ਮੈਂ ਤੇਰੇ ਕੰਮ ਦੀਆਂ ਸਿਫਤਾਂ ਬੜੀਆਂ ਸੁਣੀਆਂ ਨੇ, ਪਰ ਤੁਹਾਡਾ ਹੌਸਲਾ ਵਧਾਉਣ ਦਾ ਕੋਈ ਮੌਕਾ ਨਹੀਂ ਜੁੜਿਆ। ਸਰਪੰਚ ਨੇ ਕੁਝ ਦਿਲੋਂ ਪ੍ਰਸ਼ੰਸਾ ਕੀਤੀ ਤੇ ਕੁਝ ਰਵਾਜਨ ਫੂਕ ਦੇ ਮਾਰੀ।
ਜੀ ਤੁਹਾਡੀ ਕਿਰਪਾ ਹੈ, ਪਰ ਮੈਂ ਆਪਣੀ ਡਿਊਟੀ ਤੋਂ ਵੱਧ ਕਰ ਵੀ ਕੀ ਸਕਦੀ ਹਾਂ। ਰੂਪ ਨੇ ਨਿਮਰਤਾ ਵਿਖਾਈ। ਇਹ ਸਿਆਣੇ ਬੰਦਿਆਂ ਦੇ ਲੱਛਣ ਹਨ। ਉਹ ਆਪਣੇ ਚੰਗੇ ਕੰਮਾਂ ਨੂੰ ਲੋਕਾਂ ਤੋਂ ਲੁਕਾਉਂਦੇ ਹਨ। ਕਰਤਾਰ ਸਿੰਘ ਨੇ ਮਾਮੂਲੀ ਪ੍ਰਭਾਵ ਕਬੂਲਦਿਆਂ ਆਖਿਆ, ਆਓ ਬੀਬੀ ਜੀ ਹੁਣ ਚਾਹ ਪੀਏ। ਨਹੀਂ ਭਰਾ ਜੀ, ਮੈਨੂੰ ਤਾਂ ਮਾਫੀ ਕਰੋ, ਰੂਪ ਨੇ ਮਿੱਠਤ ਨਾਲ ਹੀ ਜਵਾਬ ਦੇਣਾ ਚੰਗਾ ਸਮਝਿਆ। ਕੁੜੀਏ, ਸਰਪੰਚ ਰੂਪ ਨੂੰ ਨੀਝ ਲਾ ਕੇ ਵੇਖਦਿਆਂ ਬੋਲਿਆ, ਤੂੰ ਮੈਨੂੰ ਭਰਾ ਤਾਂ ਆਖਿਆ ਏ, ਪਰ ਆਪ ਭੈਣ ਜੋਗੀ ਵੀ ਹੋਏ, ਪਰ ਆਪ ਭੈਣ ਬਣ ਜੋਗੀ ਵੀ ਹੈ। ਉਸ ਸਮੇਰ ਨੂੰ ਕੁਛੜ ਚਾ ਲਿਆ। ਰੂਪ ਇੱਕਦਮ ਘਬਰਾ ਗਈ। ਇੱਕ ਸਧਾਰਨ ਗੱਲ ਸੰਜੀਦਾ ਬਣ ਗਈ ਸੀ। ਉਸਨੂੰ ਤੁਰੀ ਆ ਰਹੀ ਜ਼ਿੰਦਗੀ ਵਿੱਚ ਇਹ ਓਪਰਾ ਬੋਲ ਜਾਪਿਆ ਜਿਵੇਂ ਕੋਈ ਆਉਣ ਵਾਲੇ ਸਮਾਜ 'ਚੋਂ ਬੋਲਿਆ ਹੋਵੇ। ਦੋਹਾਂ ਜਮਾਤਾਂ ਵਿੱਚ ਚੁੱਪ ਛਾਈ ਹੋਈ ਸੀ। ਪਲਕੋ ਅੱਖਾਂ ਖੋਲ੍ਹ ਉਸ ਸਰਪੰਚ ਨੂੰ ਪੜ੍ਹਨ ਦਾ ਯਤਨ ਕੀਤਾ। ਉਹ ਆਪਣੀ ਤਰ੍ਹਾਂ ਦੇ ਠੋਸ ਰੂਪ ਵਿੱਚ ਹੀ ਤਣਿਆ ਖੜੋਤਾ ਸੀ। ਮੈਨੂੰ ਸਾਰੀ ਜ਼ਿੰਦਗੀ ਇਸ ਤਰ੍ਹਾਂ ਦਾ ਪਰਛਾਵਾਂ ਨਹੀਂ ਮਿਲਿਆ ਜਿਹੜਾ ਭਰਾ ਹੋ ਸਕੇ। ਰੂਪ ਦੇ ਉੱਤਰ ਵਿੱਚ ਚੋਟ ਸੀ, ਸਮਾਜੀ ਗਿਲਾ ਸੀ ਤੇ ਮਰਦ ਜਾਤੀ ਦੇ ਭਰਪੂਰ ਵਾਰ। ਪਰ ਅੰਤਰੀਵ ਉਸਦੀ ਭਰਾ ਪਿਆਰ ਭੁੱਖ ਸੂਖਮ ਹੋ ਗਈ ਸੀ। ਬੀਬੀ, ਜੇ ਤੇਰੇ ਮਨ 'ਚ ਇਸ ਤਰ੍ਹਾਂ ਦੇ ਖਿਆਲ ਸਨ, ਤੈਨੂੰ ਹਕੀਮ ਨੇ ਨਹੀਂ ਦੱਸਿਆ, ਤੂੰ ਭਰਾ ਆਖੇ। ਕਰਤਾਰ ਆਪਣੀ ਥਾਂ ਸੱਚਾ ਸੀ, ਪਰ ਇਹ ਗੱਲ ਗਲਤ ਹੈ ਕਿ ਦੁਨੀਆ 'ਚ ਭੈਣ ਭਰਾ ਨਹੀਂ ਹੁੰਦੇ ਆ ਉਹ ਆਪਣੇ ਆਪਣੇ ਪਿਆਰ ਦਾ ਕਰਜ਼ਾ ਵੀ ਲਾਉਂਦੇ ਆ। ਇਹ ਟਾਪਕ ਹੀ ਛੱਡੋ ਜਦ ਅਸੀਂ ਇਸ ਗੱਲ ਦੇ ਰਾਹ ਹੀ ਨਹੀਂ ਪੈਣਾ। ਰੂਪ ਦੇ ਮਨ ਤੇ ਸਰਪੰਚ ਦੀਆਂ ਦੋਵੇਂ ਗੱਲਾਂ ਉਕਰੀਆਂ ਗਈਆਂ। ਉਸ ਰੂਪ ਨੂੰ ਜਵਾਨ ਹੁੰਦਿਆਂ ਹਾਬੜੀ ਭੁੱਖ ਨਾਲ ਨਹੀਂ ਵੇਖਿਆ ਸੀ। ਉਸ ਦੀ ਤੱਕਣੀ ਵਿੱਚ ਨਰੋਲ ਕੁਦਰਤੀਪਣ ਸੀ। ਆਓ ਚਾਹ ਪੀਏ। ਸਰਪੰਚ ਨੇ ਉਸ ਦੀ ਪਹਿਲੀ ਨਾਂਹ ਨੂੰ ਰਿਵਾਜੀ ਸਮਝਿਆ ਤੇ ਸਮੇਰ ਨੂੰ ਪੁੱਛਣ ਲੱਗਾ, ਕਿਉਂ ਸਰਦਾਰ ਜੀ, ਕੀ ਹਾਲ ਹੈ? ਚੰਗਾ ਹੈ। ਸਮੇਰ ਸਰਪੰਚ ਤੇ ਗੱਲ ਥਾਪੜਨ ਤੇ ਹੱਸ ਪਿਆ। ਬਲੀ ਜੀ ਆਖਦਾ ਏ? ਰੂਪ ਨੇ ਥੋੜਾ ਗੁੱਸੇ ਨਾਲ ਘੂਰਿਆ। ਬਲੀ ਜੀ ਆਖੀਦਾ ਏ, ਰੂਪ ਨੇ ਥੋੜਾ ਗੁੱਸੇ ਨਾਲ ਘੂਰਿਆ। ਰੂਪ ਬਿਨਾਂ ਜਵਾਬ ਦਿੱਤੇ ਉੱਠ ਕੇ ਨਾਲ ਤੁਰ ਪਈ। ਨਾਲ ਆਉਂਦੀ ਰੂਪ ਨੂੰ ਵੇਖ ਕੇ ਸ਼ਿਵਦੱਤ ਮਿੰਨਾ ਜਿਹਾ ਮੁਸਕਰਾ ਪਿਆ। ਉਸਦੀ ਮੁਸਕਾਨ ਤੋਂ ਪੁਰਾਣੀ ਦੁਰਗੰਧ ਉੱਡ ਰਹੀ ਸੀ। ਰੂਪ ਨੇ ਮਾਸਟਰ ਦਾ ਖਿਆਲ ਭੁਲਾ ਦਿੱਤਾ ਸੀ, ਸਗੋਂ ਕਰਤਾਰ ਦੇ ਉੱਤਰ ਨਾਲ ਝੰਜੋੜੀ ਵਿਚਾਰਾਂ ਦੇ ਰਾਹ ਤੁਰੀ ਆਈ ਸੀ। ਮਾਸਟਰ ਨੇ ਚਾਹ ਵਰਤਾ ਕੇ ਥੋੜਾ ਖੰਗੂਰਿਆ। ਉਹ ਗੱਲ ਆਖਣ ਲਈ ਹਾਲਾਤ ਨੂੰ ਲਿਫਾਈ ਆਉਂਦਾ ਸੀ। ਸਰਪੰਚ ਸਾਹਿਬ, ਬੇਨਤੀ ਹੈ ਕਿ ਘੱਟ ਤੋਂ ਘੱਟ ਪਿੰਡ ਵਾਲੇ ਪਾਸੇ ਸਕੂਲ ਦੀ ਕੰਧ ਜ਼ਰੂਰ ਕਰਵਾ ਦਿਓ। ਕਿਉਂ? ਸਰਪੰਚ ਨੂੰ ਖਿਆਲ ਤੱਕ ਨਹੀਂ ਸੀ ਮਾਸਟਰ ਇਹੋ ਜੀ ਗੱਲ ਤੋਰੇਗਾ। ਅੱਗੇ ਸਰਪੰਚ ਸਾਹਿਬ ਹੋਰ ਗੱਲ ਸੀ, ਹੁਣ ਬੀਬੀ ਜੀ ਆ ਗਏ ਨੇ, ਪਰਦਾ ਜ਼ਰੂਰ ਚਾਹੀਦਾ ਹੈ। ਮਾਸਟਰ ਗੱਲ ਕਹਿੰਦਾ ਰੂਪ ਨੂੰ ਵੀ ਵੇਖ ਗਿਆ। ਸਰਪੰਚ ਨੇ ਗਲਾਸ ਮੇਜ਼ ਤੇ ਰੱਖ ਦਿੱਤਾ। ਮਾਸਟਰ ਜੀ, ਤੁਹਾਡੀ ਗੱਲ ਮੈਨੂੰ ਜਚੀ ਨਹੀਂ। ਤੁਸੀਂ ਆਖਦੇ ਧੂੜ ਆਉਂਦੀ ਹੈ, ਅਵਾਰਾ ਪਸ਼ੂ ਫੁੱਲਾਂ ਤੇ ਸਬਜ਼ੀ ਨੂੰ ਪੈਂਦੇ ਹੈ, ਮੈਂ ਮੰਨ ਵੀ ਲੈਂਦਾ। ਸਰਪੰਚ ਮਾਸਟਰ ਦੀ ਮੰਗ ਉੱਤੇ ਮੁਸਕਰਾ ਪਿਆ। ਪਿੰਡ ਵਿੱਚ ਸਭ ਤੋਂ ਚੰਗਾ ਦ੍ਰਿਸ਼ ਇਹ ਹੈ ਕਿ ਇੱਕ ਕੁੜੀ ਬੱਚਿਆਂ ਨੂੰ ਪੜ੍ਹਾ ਰਹੀ ਹੈ, ਮਨੁੱਖ ਦੀ ਹਾਲਤ ਨੂੰ ਮਾਰ ਰਹੀ ਹੈ। ਕੁੜੀ ਨੂੰ ਪੜ੍ਹਾਉਂਦਿਆਂ ਵੇਖ ਪਿੰਡ ਦੀਆਂ ਜਨਾਨੀਆਂ ਦਾ ਹੌਸਲਾ ਵਧੇ ਕਿ ਸਾਡੀਆਂ ਬੱਚੀਆਂ ਮਾਸਟਰਨੀਆਂ ਤੇ ਡਾਕਟਰਨੀਆਂ ਬਣ ਸਕਦੀਆਂ ਹਨ। ਵੈਸੇ ਮਾਸਟਰ ਜੀ, ਮੈਨੂੰ ਤੁਹਾਡੀ ਕਮਜ਼ੋਰ ਹਮਦਰਦੀ ਨਾਲ ਹਮਦਰਦੀ ਹੈ। ਕਰਤਾਰ ਸਿੰਘ ਇੰਨੀ ਕਹਿ ਕੇ ਹੱਸ ਪਿਆ। ਮਾਸਟਰ ਥੋੜਾ ਛਿੱਥਾ ਪੈ ਕੇ ਬੋਲਿਆ, ਉਹ ਗੱਲ ਇਹ ਨਹੀਂ, ਪਿੰਡ ਦੇ ਮੁੰਡੇ ਲਾਗੋਂ ਚੰਗੀਆਂ ਨਜ਼ਰਾਂ ਨਾਲ ਨਹੀਂ ਲੰਘਦੇ। ਰੂਪ ਤੰਬ ਕੇ ਰਹਿ ਗਈ। ਉਹ ਸਮਝਿਆ ਮਾਸਟਰ ਨੇ ਕੇਵਲ ਮੇਰੇ ਦਿਮਾਗ ਉੱਤੇ ਸੱਟ ਮਾਰਨ ਲਈ ਹੀ ਇਹ ਗੱਲ ਆਖੀ ਹੈ। ਮਾਸਟਰ ਜੀ, ਪਿੰਡ ਦਾ ਕੋਈ ਮੁੰਡਾ ਬੁਰੀ ਭਾਵਨਾ ਨਾਲ ਸਕੂਲ ਲਾਗੋਂ ਦੀ ਲੰਘੇ, ਮੈਂ ਅੱਖ ਕਢਵਾ ਦਿਆਂਗਾ। ਸਰਪੰਚ ਨੇ ਇੱਕ ਇੱਕ ਸ਼ਬਦ ਨੂੰ ਗੁੱਸੇ ਵਿੱਚ ਚਿੱਤ ਕੇ ਕਿਹਾ। ਸਰਪੰਚ ਦੀਆਂ ਖਰੀਆਂ ਨਾਲ ਰੂਪ ਦਾ ਗੁੱਸਾ ਆਪਣੇ ਆਪ ਨਿਸਲ ਪੈ ਗਿਆ। ਉਸਨੂੰ ਬੋਲਣਾ ਵੀ ਨਹੀਂ ਪਿਆ ਸੀ। ਉਹ ਠੰਡੀ ਚਾਹ ਸਮੇਰ ਨੂੰ ਪਿਆ ਰਹੀ ਸੀ। ਉਸਨੂੰ ਇੱਕ ਪਲ ਸਰਪੰਚ ਵਿੱਚ ਸਚਦੇਵ ਦੀ ਰੂਹ ਬੋਲਦੀ ਪ੍ਰਤੀਤ ਹੋਈ। ਹੋ ਨਾ ਹੋ ਇਸ ਬੰਦੇ 'ਚ ਲੋਕਾਂ ਦੇ ਕੰਮ ਆਉਣ ਦਾ ਜਜ਼ਬਾ ਹੈ। ਜਿਹੜਾ ਅਸਲ ਬੰਦਾ ਹੈ, ਉਸ ਦੀਆਂ ਗੱਲਾਂ ਦਾ ਤਾਂ ਇੱਕ ਬੋਲ ਨਹੀਂ ਰਲਦਾ। ਉਸ ਚਾਹ ਦੇ ਖਾਤਮੇ ਤੱਕ ਕੋਈ ਗੱਲ ਨਹੀਂ ਕੀਤੀ। ਹੁਣ ਉਸ ਸਰਪੰਚ ਨਾਲ ਗੱਲ ਕਰਨ ਲਈ ਮਨ ਨੂੰ ਤਿਆਰ ਕਰ ਲਿਆ, ਪਰ ਉਹ ਮਾਸਟਰ ਸਾਹਮਣੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਸੀ। ਉਹ ਉੱਠ ਕੇ ਬਾਹਰ ਆ ਗਈ। ਜਦ ਸਰਪੰਚ ਬਾਹਰ ਆਇਆ, ਉਸਨੇ ਹੱਥ ਦੇ ਇਸ਼ਾਰੇ ਨਾਲ ਅਟਕਾ ਲਿਆ। ਸਰਪੰਚ ਖਲੋ ਗਿਆ ਸੀ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਰੂਪ ਸ਼ਬਦਾਂ ਨੂੰ ਬੋਚ ਆ ਗਈ। ਬਾਹਰ ਸਰਪੰਚ ਉਸ ਕੋਲ ਬਹੁਤਾ ਸਮਾਂ ਖਲੋਣਾ ਨਹੀਂ ਚਾਹੁੰਦਾ ਸੀ। ਉਸ ਰੂਪ ਦੀ ਗੱਲ ਵਿੱਚ ਖਾਸ ਦਿਲਚਸਪੀ ਨਾਲ ਲੈਂਦਿਆਂ ਨਿਰ ਉਤਸ਼ਾਹ ਜਿਹਾ ਜਵਾਬ ਦਿੱਤਾ, ਮੈਂ ਕਿਤੇ ਜਾਣਾ ਹੈ, ਤੁਸੀਂ 1 ਮਿੰਟ ਵਿੱਚ ਹੀ ਕਹਿ ਦਿਓ। 1 ਮਿੰਟ 'ਚ। ਰੂਪ ਨੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਅੱਖਾਂ ਨੂੰ ਦਬਾ ਲਿਆ। ਭਰਾ ਜੀ, ਜਿਹੜੀ ਗੱਲ ਸਾਲਾਂ ਨੇ ਪੈਦਾ ਕੀਤੀ ਹੋਵੇ
ਭਲਾ 1 ਮਿੰਟ ਕਿਵੇਂ ਦੱਸੀ ਜਾ ਸਕਦੀ ਹੈ। ਕੁੜੀ ਦੀ ਗੱਲ ਕਰਤਾਰ ਸਿੰਘ ਨੂੰ ਕੱਟ ਗਈ। ਇੱਕ ਸੈਂਸਿਟਿਵ ਗੱਲ ਨੇ ਉਸਨੂੰ ਆਪਣੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਦਿੱਤਾ।